ਪੰਜਾਬੀ ਭਾਈਚਾਰੇ ਨੂੰ ਅਮਰੀਕਾ 'ਚ ਆ ਕੇ ਵਸਿਆਂ ਨੂੰ 125 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ, ਪਰ ਉਹਦੇ ਬਾਵਜੂਦ ਜਿਹੜੀ ਸਾਡੀ ਮਾਈਗ੍ਰੇਸ਼ਨ ਪੰਜਾਬ ਤੋਂ ਜਾਂ ਹੋਰ ਮੁਲਕਾਂ ਤੋਂ ਅਮਰੀਕਾ ਦੇ ਵਿੱਚ ਹੈ ਉਹ ਲਗਾਤਾਰ ਜਾਰੀ ਹੈ, ਜਿਹਦਾ ਨਤੀਜਾ ਹੈ ਕਿ ਸਾਡੇ ਵਾਸਤੇ ਇੱਥੇ ਆਉਣ ਵਾਲੀਆਂ ਮੁਸ਼ਕਲਾਂ ਦਾ ਸਿਲਸਿਲਾ ਵੀ ਲਗਾਤਾਰ ਜਾਰੀ ਹੈ। ਜਿਹੜੇ ਲੋਕ ਪਿੰਡਾਂ 'ਚੋਂ ਉੱਠ ਕੇ ਆਏ ਨੇ, ਜਿਨ੍ਹਾਂ ਨੂੰ ਸ਼ਾਇਦ ਕਾਨੂੰਨ ਦੀ ਜਾਂ ਅਮਰੀਕਾ ਦੇ ਮਾਹੌਲ ਦੀ ਜ਼ਿਆਦਾ ਜਾਣਕਾਰੀ ਨਹੀਂ ਹੈ, ਉਹ ਲੋਕ ਜਦੋਂ ਇੱਥੇ ਪਹੁੰਚਦੇ ਨੇ ਉਹਨਾਂ ਵਾਸਤੇ ਮੁਸ਼ਕਲਾਂ ਨਵੇਕਲੀਆਂ ਹੋ ਜਾਂਦੀਆਂ ਨੇ। ਪੜ੍ਹੀ ਲਿਖੀ ਜਨਤਾ ਜਿਹੜੀ ਇੱਥੇ ਪਹੁੰਚਦੀ ਹੈ ਉਹਨਾਂ ਵਾਸਤੇ ਮੁਸ਼ਕਲਾਂ ਵੱਖਰੇ ਕਿਸਮ ਦੀਆਂ ਨੇ। ਪਰ ਕੁੱਲ ਮਿਲਾ ਕੇ ਹਾਲਾਤ ਨੂੰ ਜਾਣਨਾ, ਉਹਦੇ ਨਾਲ ਨਾਲ ਇੱਥੋਂ ਦੇ ਕਾਨੂੰਨ ਨੂੰ ਜਾਣਨਾ ਤੇ ਉਹਦੇ ਹਿਸਾਬ ਨਾਲ ਚੱਲਣਾ ਇੱਕ ਜ਼ਰੂਰੀ ਕੰਮ ਹੈ ਤੁਹਾਡੇ ਵਾਸਤੇ। ਜੇ ਇੱਥੇ ਸਹੀ ਤਰ੍ਹਾਂ ਸੈਟਲ ਹੋਣਾ ਆ ਤਾਂ ਉਹ ਕਾਨੂੰਨ ਜਿਹੜੇ ਨੇ ਉਹ ਤੁਹਾਡੇ ਲਈ ਕਿੱਦਾਂ ਤੁਰਦੇ ਨੇ, ਕਿੱਦਾਂ ਤੁਹਾਡੀ ਮਦਦ ਕਰ ਸਕਦੇ ਨੇ, ਉਹਦੇ ਬਾਰੇ ਅਸੀਂ ਚਰਚਾ ਦਾ ਇੱਕ ਨਵਾਂ ਸਿਲਸਿਲਾ ਛੇੜ ਰਹੇ ਹਾਂ PTC ਨੈਟਵਰਕ ਦੇ ਉੱਤੇ, ਜਿਹੜਾ ਹਫ਼ਤੇ 'ਚ ਇੱਕ ਵਾਰ ਤੁਹਾਨੂੰ ਮਿਲਿਆ ਕਰੇਗਾ। ਔਰ ਇਸ ਸਿਲਸਿਲੇ ਦੇ ਵਿੱਚ ਅਸੀਂ ਤੁਹਾਡੀ ਜ਼ਿੰਦਗੀ ਨਾਲ ਸੰਬੰਧਿਤ ਵੱਖ-ਵੱਖ ਕਾਨੂੰਨੀ ਦਾਅ ਪੇਚਾਂ ਦੇ ਬਾਰੇ ਤੁਹਾਨੂੰ ਵਿਸਥਾਰ ਜਾਣਕਾਰੀ ਦੇਵਾਂਗੇ, ਜਿਹਦੇ ਵਾਸਤੇ ਅਸੀਂ ਦੋ ਖਾਸ ਸ਼ਖਸੀਅਤਾਂ ਨਾਲ ਸੰਪਰਕ ਸਾਧਿਆ, ਜਿਹਨਾਂ ਨੂੰ ਤੁਸੀਂ ਹੁਣੇ ਸਕਰੀਨ ਤੇ ਦੇਖਣ ਲੱਗੇ ਹੋ। ਸਿੰਘ ਲਾਅ ਐਸੋਸੀਏਟ ਲੌਂਗ ਆਈਲੈਂਡ ਤੋਂ ਇਸ ਵੇਲੇ ਸਾਡੇ ਨਾਲ ਰਾਜਾ ਸਿੰਘ ਜੀ ਤੇ ਰਾਣਾ ਸਿੰਘ ਜੀ ਮੌਜੂਦ ਨੇ। ਪਹਿਲਾਂ ਤੁਹਾਡਾ ਦੋਨੋਂ ਦਾ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਸਤਿ ਸ਼੍ਰੀ ਅਕਾਲ ਸਾਰੇ ਜੀ। ਔਰ ਅਸੀਂ ਮਾਈ ਆਈਡੀਆ ਇਸ ਕਿ ਆਪਾਂ ਹਰ ਵਾਰ ਤੁਹਾਡੇ ਨਾਲ ਜਦੋਂ ਤੁਹਾਡੇ ਕੋਲ ਆਇਆ ਕਰੀਏ ਤੇ ਇੱਕ ਇਸ਼ੂ ਨੂੰ ਲੈ ਕੇ ਸਾਡੇ ਦਰਸ਼ਕਾਂ ਦੇ ਨਾਲ ਸੰਬੰਧਿਤ ਉਹ ਇਸ਼ੂ ਜਿਹੜੇ ਨੇ ਉਹਨੂੰ ਵਿਸਥਾਰ 'ਚ ਡਿਸਕਸ ਕਰਿਆ ਕਰੀਏ। ਸੋ ਅੱਜ ਸਭ ਤੋਂ ਪਹਿਲਾਂ ਅਸੀਂ ਉਸ ਮਸਲੇ ਨੂੰ ਲੈ ਕੇ ਸ਼ੁਰੂ ਹੁੰਦੇ ਹਾਂ ਜਿਹੜੇ ਮਸਲੇ ਦੇ ਨਾਲ ਸੰਬੰਧਿਤ ਬਹੁਤ ਸਾਰੇ ਕੇਸਿਸ ਸਾਲਾਂ ਤੋਂ ਵੀ ਪੈਂਡਿੰਗ ਪਏ ਨੇ, ਤੇ ਬਹੁਤ ਸਾਰੇ ਐਸੇ ਲੋਕ ਨੇ ਜਿਹੜੇ ਇਸ ਵੇਲੇ ਜਾਂ ਤਾਂ ਬਾਰਡਰ ਦੇ ਇਸ ਕੰਢੇ ਜਾਂ ਬਾਰਡਰ ਦੇ ਉਸ ਕੰਢੇ ਮੌਜੂਦ ਨੇ ਤੇ ਅਸਾਈਲਮ ਮੰਗਣ ਦੀ ਕੋਸ਼ਿਸ਼ ਕਰਦੇ ਨੇ ਅਮਰੀਕਾ 'ਚ ਆ ਕੇ, ਰਿਫਿਊਜੀ ਵੀਜ਼ੇ ਦੀ, ਸ਼ਰਨਾਰਥੀ ਵੀਜ਼ੇ ਦੀ, ਅਸਾਈਲਮ ਦੀ, ਜਿਹਦੇ ਜ਼ਰੀਏ ਉਹ ਇੱਥੇ ਗ੍ਰੀਨ ਕਾਰਡ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੇ ਨੇ। ਪਰ ਅਸੀਂ ਅੱਜ ਇਸ ਗੱਲ ਤੋਂ ਸ਼ੁਰੂ ਹੋਵਾਂਗੇ ਤੇ ਅਸਾਈਲਮ ਹੈ ਕੀ ਆ, ਨੰਬਰ 2 ਅਸਾਈਲਮ ਦੇ ਉੱਤੇ ਤੁਹਾਨੂੰ ਇੱਥੇ ਕੀ ਕੁਝ ਕਰਨਾ ਪੈਂਦਾ ਆ ਤੇ ਕੀ ਕੁਝ ਤੁਹਾਨੂੰ ਮਿਲਦਾ ਆ ਜਵਾਬ ਦੇ ਵਿੱਚ, ਜੇ ਤੁਸੀਂ ਆਪਣੇ ਆਪ ਨੂੰ ਅਸਾਈਲਮ ਦਾ ਹੱਕਦਾਰ ਸਾਬਤ ਕਰਦੇ ਹੋ। ਓਕੇ, ਅਸਾਈਲਮ ਦੀ ਡੈਫੀਨੇਸ਼ਨ ਕੀ ਹੈ? Asylum ਹੁੰਦਾ is basically when ਤੁਸੀਂ ਤੁਹਾਡੇ ਕੰਟਰੀ 'ਚ ਆ ਰਹੇ ਆ and you come to United States and for the ਤੁਹਾਡੀ ਕੋਈ ਡਰ ਹੈਗਾ ਤੁਹਾਡੀ ਕੰਟਰੀ ਦੇ ਵਿੱਚ, so you come here to seek refuge, protection from United States the government, protection ਮੰਗ ਰਹੇ ਤੁਸੀਂ। ਓਕੇ, ਸੋ ਤੁਸੀਂ ਅਮਰੀਕਾ ਦੀ ਸਰਕਾਰ ਨੂੰ ਕਹਿੰਦੇ ਹੋ ਕਿ ਸਾਨੂੰ ਸੁਰੱਖਿਆ ਦਿਓ, ਔਰ ਉਹ ਸੁਰੱਖਿਆ ਦੇ ਨਾਲ ਨਾਲ ਬਾਈ ਡਿਫਾਲਟ ਇੱਥੇ ਰਹਿਣ ਦਾ ਹੱਕ ਵੀ ਤੁਹਾਨੂੰ ਸਰਕਾਰ ਦਿੰਦੀ ਹੈ ਤੇ ਹੋਰ ਬਹੁਤ ਸਾਰੇ ਰਾਸਤੇ ਹੁੰਦੇ ਨੇ to live here, ਇੱਥੇ ਰਹਿਣ ਵਾਸਤੇ, ਇੱਥੇ ਕੰਮ ਕਰਨ ਵਾਸਤੇ, and basically ਤੁਹਾਡੀ goal ਹੈਗਾ ultimately to become a citizen of the United States। ਓਕੇ, ਸੋ ਜੇ ਅਸੀਂ ਇਹਦੀ ਡੈਫੀਨੇਸ਼ਨ ਵੱਲ ਨੂੰ ਜਾਂਦੇ ਹਾਂ ਤਾਂ ਕਾਨੂੰਨੀ ਤੌਰ ਤੇ ਜਿਹੜੀ ਹੈ ਉਹਦੇ ਅਲੱਗ-ਅਲੱਗ 5 ਤਰੀਕੇ ਨੇ, ਕੀ ਡੈਫੀਨੇਸ਼ਨਸ ਹੈਗੀਆਂ ਨੇ? ਹਾਂਜੀ, ਸੋ ਅਸਾਈਲਮ ਦੇ ਨਾਲ 4-5 ਥਿੰਗਸ ਹੈਗੀਆਂ that ਤੁਸੀਂ you can apply for। ਉਹਦੇ ਨਾਲ ਹੈਗੀ ਪਹਿਲੀ ਗੱਲ you can do under your race, ਤੁਸੀਂ certain race ਤੇ ਕੁਆਲੀਫਿਕੇਸ਼ਨ ਕਰ ਸਕਦੇ ਹੋ। ਦੂਸਰੀ ਗੱਲ ਰਿਲੀਜਨ ਦੇ ਨਾਲ, ਜਿਵੇਂ ਸਾਡੇ ਸਿੱਖਾਂ ਦੇ ਹੁੰਦੇ ਆ ਅਮਰੀਕਾ ਆਉਂਦੇ ਆ ਤੇ ਅਸਾਈਲਮ ਫਰਮ ਦ ਗਵਰਨਮੈਂਟ ਫॉर ਜਿਵੇਂ 1984 ਮੈਸਕਰ ਦੇ ਸੀਗੇ ਉਹਦੇ ਨਾਲ ਕਰ ਸਕਦੇ ਆ। ਇੱਕ ਗੱਲ ਹੈਗੀ ਪੋਲੀਟੀਕਲ ਅਸਾਈਲਮ, ਜਿਹੜੀ ਇੰਡੀਆ ਦੀ ਗਵਰਨਮੈਂਟ ਕਹਿ ਸਕਦੇ ਆ is against you ਤੇ ਤੁਹਾਨੂੰ ਹਾਰਮ ਕਰ ਰਹੀ ਹੈ, so you need a refuge from the Indian government। ਤੇ ਦੂਸਰੀ ਗੱਲ ਜੇ ਤੁਸੀਂ ਇੱਕ ਪਾਰਟਿਕੂਲਰ ਸੋਸ਼ਲ ਗਰੁੱਪ ਦੇ ਮੈਂਬਰ ਹੈਗੇ ਤੇ ਉਹਦੇ ਨਾਲ ਵੀ ਆ ਸਕਦੇ ਆ। ਰਿਲੀਜੀਅਸ ਮਾਈਨੋਰਿਟੀ ਗਰੁੱਪ ਹੋ ਸਕਦਾ ਆ। ਹਾਂਜੀ, ਰਿਲੀਜੀਅਸ ਮਾਈਨੋਰਿਟੀ ਗਰੁੱਪ, ਹੋਰ ਵੀ ਗਰੁੱਪਸ ਹੈਗੇ, ਬਹੁਤ ਸਾਰੇ ਗਰੁੱਪਸ ਹੈਗੇ। ਸਾਡੀ ਜਾਬ ਹੈ ਕਿ ਅਸੀਂ ਗਰੁੱਪ ਨੂੰ ਡਿਫਾਈਨ ਕਰਕੇ ਉਹਦੇ ਨਾਲ ਐਵੀਡੈਂਸ ਪ੍ਰੈਜ਼ੈਂਟ ਕਰਕੇ then we will present the case। That's a very important point ਕਿ ਹੋਰ ਗਰੁੱਪ ਵੀ ਹੋ ਸਕਦੇ ਨੇ, ਇਕੱਲਾ ਰਿਲੀਜੀਅਸ ਮਾਈਨੋਰਿਟੀ ਹੋਣਾ ਜ਼ਰੂਰੀ ਨਹੀਂ ਆ। ਸੋ ਰਾਏ ਭਾਈ ਥੋੜਾ ਹੁਣ ਡਿਫਾਈਨ ਕਰੋਗੇ? ਪਹਿਲਾਂ ਤਾਂ ਆਪਾਂ ਰੇਸ ਦੀ ਗੱਲ ਕਰੀਏ, ਰੇਸ ਦੇ ਵਿੱਚ ਅਸੀਂ ਕਿੱਦਾਂ ਆਪਣੇ ਆਪ ਨੂੰ ਵੱਖਰਾ ਵੱਖਰਾ ਸਾਬਤ ਕਰਦੇ? ਸੋ ਰੇਸ ਬੇਸਿਕਲੀ ਹੁੰਦੀ ਆ ਨੈਸ਼ਨੈਲਿਟੀ, ਜੋ ਤੁਸੀਂ ਇੱਥੇ ਐਪਲੀਕੇਸ਼ਨ ਫਾਈਲ ਕਰਦੇ ਆ, ਰੇਸ ਕੁਆਲੀਫਾਈ ਤੁਸੀਂ ਇੱਕ ਏਸ਼ੀਅਨ, ਅਫਰੀਕਨ ਅਮਰੀਕਨ ਹੁੰਦੇ ਆ, ਗੋਰੇ ਹੁੰਦੇ ਆ, ਕਾਕੇਸ਼ੀਅਨ, ਸਾਊਥ ਪੈਸੀਫਿਕ ਆਈਲੈਂਡਰ, ਸੋ ਬੰਗਲਾਦੇਸ਼ੀ, ਸ਼੍ਰੀਲੰਕਨ, ਪਾਕਿਸਤਾਨੀ ਵੱਖਰੇ ਵੱਖਰੇ ਆਪਣੇ ਸੋ ਇੰਡੀਆ ਦੇ ਵਿੱਚ ਰੇਸ ਤੁਸੀਂ ਕਹਿ ਸਕਦੇ ਆ ਅਸੀਂ ਨਾਰਥ ਇੰਡੀਅਨ ਹੈਗੇ ਆ, ਪੰਜਾਬੀ ਹੈਗੇ ਆ, ਅਸੀਂ ਸਾਊਥ ਇੰਡੀਅਨ ਹੈਗੇ ਆ, ਅਸੀਂ ਗੁਜਰਾਤੀ ਹੈਗੇ ਆ। ਦੈਟਸ ਡਿਫਰੈਂਸ ਇਨ ਸਾਰੇ ਬੇਸਿਕਲੀ ਸਾਊਥ ਇੰਡੀਅਨ ਹੈਗੇ ਆ, ਇੰਡੀਅਨ ਸਾਰੇ ਹੈਗੇ ਆ, ਬਟ ਵਿਦਿਨ ਇੰਡੀਆ ਦੀ ਕਮਿਊਨਿਟੀ ਦੇ ਵਿੱਚ ਤੁਸੀਂ ਸਭ ਡਿਫਰੈਂਟ ਕੈਟਾਗਰੀਜ਼ ਹੁੰਦੀਆਂ ਐਂਡ ਦੋਸ ਕੁਆਲੀਫਾਈ ਐਜ਼ ਮੰਨੀ ਜਾਂਦੀ ਹੈ। ਹਾਂਜੀ, ਬੇਸਿਕਲੀ ਉਹੀ ਹੁੰਦਾ। ਆਲਰਾਈਟ, ਔਰ ਇੱਕ ਭਾਜੀ ਨੇ ਸੋਸ਼ਲ ਡਿਵੀਜ਼ਨ ਦੀ ਵੀ ਗੱਲ ਕੀਤੀ, ਸੋਸ਼ਲ ਗਰੁੱਪ ਸੀ, ਉਹਦੇ 'ਚ ਕਿੰਨਾ ਕੁ ਵਖਰੇਵਾਂ ਹੈਗਾ? ਉਹਦੇ 'ਚ ਬਹੁਤ ਹੈਗਾ। ਬੇਸਿਕਲੀ one of the main things you ਹੁੰਦੀ ਹੈ social group is gender, right? To see male, female, they qualify as a social group ਹੁੰਦੇ ਆ। basically ਉਹਦੇ ਬਾਅਦ ਜੋ ਵੀ ਹੈਗਾ sometimes business owners, ਤੁਸੀਂ business owners ਤੁਸੀਂ ਕਹਿ ਸਕਦੇ ਆ ਅਸੀਂ social group ਹੈਗਾ। ਤੁਸੀਂ ਕੋਈ community, police community ਦੇ ਵਿੱਚ ਹੈਗੇ ਆ, ਸਰਕਾਰੀ ਕੰਮ ਹੈ ਤੁਹਾਡੇ ਕੋਲੇ,
any other affiliations. ਰਿਟਾਇਰਡ ਆਰਮੀ ਅਫਸਰ ਹੋ, Retired army officer, ਆਰਟਿਸਟ ਹੋ, artists, yeah, teachers, so teachers, guys like that. ਡਾਕਟਰਸ, Doctors. Yeah. ਜਰਨਲਿਸਟ। हाँ जी. so any group that can be targeted. ਓਕੇ, ਤੇ ਜਿਹੜੀ ਸੈਕਸ਼ੂਅਲ ਮਾਈਨੋਰਿਟੀ ਹੈ ਸੈਕਸ਼ੂਅਲ ਓਰੀਐਂਟੇਸ਼ਨ ਦਾ ਕਰਕੇ ਉਹਨਾਂ ਨੂੰ ਵੀ ਗਿਣਿਆ ਜਾਂਦਾ ਇਹਦੇ ਵਿੱਚ? All ਵੀ ਹੁੰਦੇ, all that falls into social group 'ਚ ਹੋ ਜਾਂਦੇ ਆ। so ਜੋ ਹੁੰਦੇ ਆ based off ਤੁਸੀਂ ਤੁਹਾਡੀ sexual orientation ਕਿਉਂ ਵੀ ਹੈਗੀ ਆ, or you know, homosexuality, trans, bi, ਜੋ ਵੀ that qualifies under the social group ਹਾਂ, category. ਜਿਹੜਾ ਨੈਗਲੈਕਟ ਦਾ ਸ਼ਿਕਾਰ ਗਰੁੱਪ ਇੰਡੀਆ ਦੇ ਵਿੱਚ ਕਿੰਨਰ ਹੈਗੇ ਆ ਜਿਨ੍ਹਾਂ ਨੂੰ ਅਸੀਂ ਹਿਜੜੇ ਦੇ ਤੌਰ ਤੇ, ਖੁਸਰੇ ਦੇ ਤੌਰ ਤੇ ਕਹਿ ਦਿੰਦੇ ਹੁੰਦੇ ਆ, ਉਹਨਾਂ ਨੂੰ ਵੀ ਇੱਕ ਸੋਸ਼ਲ ਗਰੁੱਪ ਦੇ ਤੌਰ ਤੇ ਆਇਡੈਂਟੀਫਾਈ ਕਰਕੇ ਅਮਰੀਕਾ ਦੇ ਵਿੱਚ ਸੈਟਲ ਹੋਣ ਦੇ ਵਾਸਤੇ ਇੱਕ ਵੱਖਰਾ ਰਸਤਾ ਮਿਲਦਾ ਹੈ। ਸੋ ਇਹ ਹੈਗੇ ਨੇ ਅਸਾਈਲਮ ਲੈਣ ਦੇ ਉਹ 5 ਵੱਖ-ਵੱਖ ਡੈਫੀਨੇਸ਼ਨਸ ਜਿਨ੍ਹਾਂ ਦੇ ਵਿੱਚ ਤੁਹਾਨੂੰ ਅਮਰੀਕਾ ਆਇਡੈਂਟੀਫਾਈ ਕਰਕੇ ਇਹਨਾਂ ਚੋਂ ਜੇ ਕਿਸੇ ਇੱਕ ਗਰੁੱਪ ਨਾਲ ਤੁਸੀਂ ਸੰਬੰਧਤ ਹੋ ਤਾਂ ਅੱਗੇ ਤੁਸੀਂ ਪ੍ਰੋਸੀਡ ਕਰ ਸਕਦੇ ਹੋ। ਹਾਂਜੀ। ਰਾਈਟ, ਜਿੱਦਾਂ ਮੈਂ ਪਹਿਲਾਂ ਸ਼ੁਰੂ 'ਚ ਕਿਹਾ ਸੀ ਕਿ ਬਹੁਤ ਗਿਣਤੀ ਹੈਗੀ ਹੈ ਜਿਹੜੀ ਬਾਰਡਰ ਦੇ ਇੱਧਰ ਜਾਂ ਉੱਧਰ ਦੋਵੇਂ ਪਾਸੇ ਮੌਜੂਦ ਹੈ। ਸੋ ਉਹ ਪ੍ਰੋਸੈਸ ਜਿਹੜਾ ਹੈ ਅਸਾਈਲਮ ਦਾ ਉਹ ਕਿੱਥੋਂ ਸ਼ੁਰੂ ਹੁੰਦਾ ਹੈ? ਦੋ ਤਰੀਕੇ ਹੈਗੇ ਆ ਅਸਾਈਲਮ ਮੰਗਣ ਵਾਸਤੇ ਇੱਥੇ। one ਹੁੰਦੀ ਆ is ਕਹਿੰਦੇ affirmative asylum and ਦੂਸਰੀ ਹੁੰਦੀ ਆ defensive asylum। the defensive asylum ਹੁੰਦੀ ਆ ਤੁਸੀਂ you apply for it when you cross a border, so whether ਤੁਸੀਂ Mexico through ਆਉਂਦੇ ਆ or through Canada, at the border ਜੋ ਵੀ ICE ਹੁੰਦੀ ਆ, border patrol ਤੁਹਾਨੂੰ ਸਟਾਪ ਕਰਦੇ ਉੱਥੇ, ਤੁਸੀਂ ਉੱਥੇ ਹੀ ਮੰਗ ਸਕਦੇ ਆ I want to apply for asylum। So that's a defensive asylum। defensive asylum ਕਹਿੰਦੇ ਆ, ਹਾਂਜੀ। ਕਿ ਮੈਂ ਭੱਜ ਕੇ ਆਇਆ ਹਾਂ, ਹੁਣ ਤੁਸੀਂ ਮੈਨੂੰ ਬਚਾਓ। ਹਾਂਜੀ, exactly। ਦੂਸਰੀ asylum ਹੁੰਦੀ ਹੈ ਕਹਿੰਦੇ affirmative asylum। ਉਹ ਹੁੰਦੀ ਹੈ ਤੁਸੀਂ basically ਇੱਥੇ illegally ਤੁਸੀਂ ਆਉਂਦੇ ਆ, whether ਤੁਸੀਂ visitor visa ਤੇ ਆਉਂਦੇ ਆ or ਜੋ ਵੀ ਤੁਹਾਡੇ ਕੋਲੇ visa ਹੈਗਾ ਇੱਥੇ ਆਉਣ ਵਾਸਤੇ, ਉਹਦੇ ਨਾਲ within 1 year of coming and living in the United States ਤੁਸੀਂ asylum seek ਕਰ ਰਹੇ ਆ। तो ਤੁਸੀਂ ਆਪ ਗਵਰਨਮੈਂਟ ਨੂੰ ਕਹਿ ਰਹੇ ਆ now that I'm here ਮੈਨੂੰ ਅਸਾਈਲਮ ਚਾਹੀਦੀ ਆ, ਤੁਸੀਂ ਮਤਲਬ ਅਫਰਮੇਟਿਵ ਤੁਸੀਂ ਆਪ ਹੀ ਕਹਿ ਰਹੇ ਆ that ਮੈਂ ਹੁਣ ਮੈਂ USA ਤੇ ਆ ਗਿਆ ਪਰ ਮੈਨੂੰ ਅਸਾਈਲਮ ਚਾਹੀਦੀ ਆ, so that now I'm applying for asylum on my own। ਓਕੇ, ਸੋ ਜਦੋਂ ਤੁਸੀਂ ਕਹਿ ਰਹੇ ਹੋ ਅਫਰਮੇਟਿਵ ਐਕਸ਼ਨ ਦੀ ਗੱਲ, ਹੁਣ ਮੈਂ ਰਾਜ ਭਾਜੀ ਤੁਹਾਡੇ ਤੋਂ ਇਹ ਜਾਣਨਾ ਚਾਹੁੰਦਾ ਆ ਕਿ ਅਫਰਮੇਟਿਵ ਐਕਸ਼ਨ ਦੇ ਵਿੱਚ ਜਦੋਂ ਤੁਸੀਂ ਇਹ ਕਹਿ ਦਿੱਤਾ ਕਿ ਮੈਂ ਲੀਗਲੀ ਤੁਹਾਡੇ ਕੋਲ ਆ ਗਿਆ ਆ ਪਰ ਮੈਨੂੰ ਅਸਲ ਦੇ ਵਿੱਚ ਮਦਦ ਦੀ ਲੋੜ ਹੈ, ਸੋ what I'm trying to know is ਕਿ ਕੋਈ ਇਦਾਂ ਦਾ ਸੀਨ ਹੁੰਦਾ ਹੈ ਕਿ ਉਹਦੇ ਵਿੱਚ ਤੁਹਾਨੂੰ ਸਿੱਧਾ ਐਪਲੀਕੇਸ਼ਨ ਫਾਈਲ ਕਰਨ ਤੋਂ ਮਨਾ ਹੀ ਕਰ ਦਿੱਤਾ ਜਾਏ ਕਿ ਨਹੀਂ ਤੁਸੀਂ ਤਾਂ ਆ ਕੇ ਗਲਤ ਫਾਇਦਾ ਲੈ ਰਹੇ ਹੋ ਮੌਕੇ ਦਾ? ਨਹੀਂ, ਹੁਣ ਤਾਂ ਪਹਿਲਾਂ ਸੀਗੀ, ਹੁਣ ਜਿਹੜੀ ਨਵੀਂ ਐਡਮਿਨਿਸਟ੍ਰੇਸ਼ਨ ਆਈ ਆ ਉਹਨੇ ਸਾਰੇ ਰੂਲਸ ਚੇਂਜ ਕਰਵਾਤੇ। ਸੋ ਹੁਣ ਤੁਸੀਂ ਜਦੋਂ ਤੁਸੀਂ ਆਉਂਦੇ ਆ you have to apply for ਜਦੋਂ ਅਸਾਈਲਮ ਅਪਲਾਈ ਕਰਦੇ ਆ, ਹੁਣ ਦੋਨੋਂ they have to give you decision within 21 days। ਇੰਟਰਵਿਊ ਦੀ ਡੇਟ ਦੇਣੀ ਪੈਣੀ ਹੈ within 21 days। 21 days ਤੋਂ ਬਾਅਦ ਇੰਟਰਵਿਊ ਆ ਜਾਂਦੀ ਹੈ and then within 180 days they have to give you decision on your interview। ਤੇ ਜੇ 180 ਦਿਨ ਤੱਕ ਤੁਹਾਨੂੰ ਇੰਟਰਵਿਊ ਦਾ ਡਿਸੀਜਨ ਨਹੀਂ ਮਿਲਦਾ ਆ ਤਾਂ ਤੁਹਾਨੂੰ ਇੱਥੇ ਕੰਮ ਕਰਨ ਦਾ ਮੌਕਾ ਮਿਲ ਜਾਂਦਾ? ਨਹੀਂ, ਕਿ ਜੇ ਤੁਸੀਂ ਇੱਥੇ ਆਉਂਦੇ ਆ for purposes ਜਿਸ ਕਹਿ ਸਕਦੇ visitor visa ਨਾਲ ਤੁਸੀਂ ਕੰਮ ਨਹੀਂ ਕਰ ਸਕਦੇ। depends on ਕਿਹੜੀ ਵੀਜ਼ਾ ਤੇ ਆਏ ਤੁਸੀਂ, ਜੇ ਤੁਸੀਂ obviously student visa ਤੇ ਆਏ ਸੀ ਤੁਸੀਂ ਨਹੀਂ ਕੰਮ ਸਕਦੇ, ਔਰ ਜੇ ਤੁਸੀਂ work visa ਤੇ ਆਏ ਸੀਗੇ then you can work। so ਸਾਰੇ ਕੁਝ depend on ਕਿਹੜੀ ਵੀਜ਼ਾ ਤੁਸੀਂ ਅਮਰੀਕਾ ਆਏ ਸੀਗੇ for affirmative। ਸੋ ਇਹ ਧਿਆਨ ਨਾਲ ਸੁਣ ਲਓ, ਕੁਝ ਕਾਨੂੰਨੀ ਤਬਦੀਲੀਆਂ ਵੀ ਹੋਈਆਂ ਨੇ ਸਾਡੇ ਦਰਸ਼ਕਾਂ ਨੂੰ ਦੱਸ ਦਈਏ, ਕਿਉਂਕਿ ਬਹੁਤ ਵਾਰੀ ਇਹ ਕੇਸ ਹੋ ਰਹੇ ਨੇ ਕਿ ਏਜੰਟ ਟਾਈਪ ਲੋਕ ਜਿਹੜੇ ਉਹ ਪੈਸਾ ਲੈ ਕੇ ਜਦੋਂ ਲੋਕਾਂ ਨੂੰ ਇੱਧਰ ਧੱਕਦੇ ਨੇ, ਅੱਧੇ ਕਿਤੇ ਪਹੁੰਚਦੇ ਨਹੀਂ ਹੈ, ਜਿਹੜੇ ਅੱਧੇ ਪਹੁੰਚ ਜਾਂਦੇ ਉਹਨਾਂ ਨੂੰ ਕਿਹਾ ਜਾਂਦਾ ਕਿ ਜਾਂਦਿਆਂ ਤੇਰੀ ਕਮਾਈ ਸ਼ੁਰੂ ਹੋ ਜਾਏਗੀ। ਤਾਂ ਕੀ ਕੰਡੀਸ਼ਨ ਹੈ 180 ਦਿਨ ਦੇ ਵਿੱਚ? ਰਾਣਾ ਭਾਜੀ ਇਹ ਦੱਸੋ, 180 ਦਿਨ ਦੇ ਬਾਅਦ ਇਹ ਜੋ ਦੱਸਿਆ ਜਾਂਦਾ ਹੈ ਕਿ ਤੁਹਾਨੂੰ ਵਰਕ ਵੀਜ਼ਾ ਮਿਲ ਜਾਂਦਾ ਆ, ਇਹ ਵਰਕ ਪਰਮਿਟ ਮਿਲ ਜਾਂਦਾ ਆ, ਤਾਂ ਉਹ ਕਿਸ ਕੰਡੀਸ਼ਨ 'ਚ ਮਿਲਦਾ ਹੈ? ਅਫਰਮੇਟਿਵ ਜਾਂ ਡਿਫੈਂਸਿਵ ਦੇ ਵਿੱਚ ਜਾਂ ਦੋਨਾਂ 'ਚ? ਦੋਨਾਂ 'ਚ ਮਿਲ ਸਕਦਾ, ਜ਼ਿਆਦਾ ਹੁੰਦਾ affirmative ਵਿੱਚ। so within the 180 days ਤੁਹਾਨੂੰ decision ਆ ਜਾਂਦਾ ਤੁਸੀਂ ਤੁਹਾਡੀ ਅਸਾਈਲਮ ਗ੍ਰਾਂਟ ਹੋਗੀ ਕਿ ਨਹੀਂ ਹੋਈ। ਜੇ deny ਹੁੰਦੀ ਆ then they put you in ਕਹਿੰਦੇ deportation proceedings, right? ਉਹਦੇ ਨਾਲ ਤੁਸੀਂ you go to immigration court before a judge and all the time span ਲੱਗਦਾ 3-4 ਸਾਲ ਲੱਗਦੇ ਆ, so ਸਾਰਿਆਂ ਨੂੰ ਪਤਾ ਹੈਗਾ it takes a very long time। but after ਤੁਸੀਂ deny ਹੁੰਦੇ after 150 days of applying for asylum ਤੁਸੀਂ ਤੁਹਾਡੀ work authorization ਵਾਸਤੇ apply ਕਰ ਸਕਦੇ ਆ and with that you can legally work। generally 2 ਸਾਲ ਵਾਸਤੇ ਹੁੰਦਾ and ਜੇ ਤੁਹਾਡਾ time ਜ਼ਿਆਦਾ ਲੱਗਦਾ you renew every 2 years for another year। ਹਾਂ, ਸੋ 2 ਸਾਲ ਦਾ ਵਰਕ ਪਰਮਿਟ ਤੁਹਾਨੂੰ ਉਸ ਹਾਲਾਤ ਦੇ ਵਿੱਚ ਮਿਲ ਜਾਏਗਾ ਜੇ ਤੁਸੀਂ 150 ਦਿਨ ਤੋਂ ਉੱਤੇ ਇੱਥੇ ਬਹਿ ਗਏ ਹੋ, ਪ੍ਰੋਸੀਡਿੰਗ ਤੁਹਾਡੀ ਹਾਲੇ ਚੱਲ ਰਹੀ ਹੈ। ਓਕੇ, ਸੋ ਇੰਪੋਰਟੈਂਟ ਸਵਾਲ ਇਹ ਹੈ ਕਿ ਤੁਸੀਂ ਕਿਸੇ ਨਾ ਕਿਸੇ ਤਰ੍ਹਾਂ ਪਹੁੰਚ ਗਏ। 2 ਰਸਤੇ ਜਿੱਦਾਂ ਪਹਿਲਾਂ ਦੱਸੇ ਨੇ, ਜਾਂ ਤੇ ਕਾਨੂੰਨੀ ਢੰਗ ਨਾਲ ਪਹੁੰਚੋ ਵਿਜ਼ਿਟਰ ਵੀਜ਼ਾ ਲੈ ਕੇ, ਸਟੂਡੈਂਟ ਵੀਜ਼ਾ ਲੈ ਕੇ, ਕਿਸੇ ਕਿਸਮ ਦਾ ਐਸਾ ਵੀਜ਼ਾ ਲੈ ਕੇ ਜਿਹਦੇ ਜ਼ਰੀਏ ਤੁਹਾਨੂੰ ਕਾਨੂੰਨੀ ਤੌਰ ਤੇ ਅਮਰੀਕਾ 'ਚ ਆਉਣ ਦਿੱਤਾ ਗਿਆ, ਤੇ ਉਸ ਤੋਂ ਬਾਅਦ ਤੁਸੀਂ ਇੱਕ ਅਫਰਮੇਟਿਵ ਵੀਜ਼ੇ ਦੇ ਵਾਸਤੇ ਅਸਾਈਲਮ ਦੀ ਐਪਲੀਕੇਸ਼ਨ ਪਾਈ ਹੈ, ਜਾਂ ਫਿਰ ਤੁਸੀਂ ਬਾਰਡਰ ਤੇ ਪਹੁੰਚ ਕੇ ਬਾਰਡਰ ਸਿਕਿਉਰਿਟੀ ਨੂੰ ਕਿਹਾ ਹੈ ਕਿ ਮੈਨੂੰ ਇੱਥੇ ਅਸਾਈਲਮ ਦੀ ਲੋੜ ਹੈ, ਤਾਂ ਉਹਨਾਂ ਨੇ ਤੁਹਾਨੂੰ ਆਪਸ਼ਨ ਦਿੱਤੀ। ਸੋ ਇਹ ਸਾਡੀ ਗੱਲ ਕਲੀਅਰ ਹੋ ਚੁੱਕੀ ਹੈ। ਅੱਗੋਂ ਮੈਂ ਇਹ ਜਾਣਨਾ ਚਾਹੁੰਦਾ ਕਿ ਹੁਣ ਉਹ ਐਪਲੀਕੇਸ਼ਨ ਕਿੱਦਾਂ ਜਾਏਗੀ? ਕਿਆ ਸਿਰਫ ਉਹ ਬਾਰਡਰ ਤੇ ਜਾ ਸਕਦੀ ਹੈ ਜਾਂ ਇੱਥੇ ਆ ਕੇ ਤੁਹਾਡੇ ਵਰਗੇ ਐਕਸਪਰਟ ਵਕੀਲ ਦੇ ਕੋਲ ਆ ਕੇ ਬੰਦਾ ਬਹਿ ਸਕਦਾ ਹੈ ਕਿ ਹਾਂਜੀ ਮੇਰੇ ਵਾਸਤੇ ਕੁਝ ਕਰੋ?
ਦੋਨੋਂ ਪੋਸਿਬਿਲਿਟੀ ਹੁੰਦੀ ਆ ਤੁਸੀਂ ਬਾਰਡਰ ਜਾਂਦੇ ਆ ਦੇ ਉੱਥੇ ਕਹਿੰਦੇ ਜੋ ਆਈਸ ਹੁੰਦੀ ਆ ਬਾਰਡਰ ਪੈਟਰੋਲ ਹੁੰਦੀ ਆ they ask you questions ਉਹਦੇ ਕਹਿੰਦੇ ਆ credible fear interview ਉੱਥੇ ਜਾ ਕੇ ਤੁਸੀਂ ਸ਼ੋ ਕਰਨਾ ਪੈਣਾ ਗਵਰਨਮੈਂਟ ਨੂੰ that ਤੁਸੀਂ ਕਿਉਂ ਅਸਾਈਲਮ ਮੰਗ ਰਹੇ ਹੋ that's called credible fear interview right it's basically on the spot ਜੋ ਇੰਟਰਵਿਊ ਹੁੰਦੀ ਆ ਉਹਦੇ ਨਾਲ ਡਿਟਰਮੀਨੇਸ਼ਨ ਬਣਦੀ ਹੈ ਤੇ ਤੁਸੀਂ ਅਸਾਈਲਮ ਮੰਗ ਸਕਦੇ ਕਿ ਨਹੀਂ ਮੰਗ ਸਕਦੇ ਸੋ ਤੁਸੀਂ ਇਹ ਐਸਟੈਬਲਿਸ਼ ਕਰਨਾ ਹੈ ਕਿ ਜਿਹੜਾ ਤੁਸੀਂ ਡਰ ਦਾ ਦਾਵਾ ਕਰ ਰਹੇ ਹੋ ਸੱਚੀ ਤੁਹਾਡੇ ਅੰਦਰ ਉਹ ਡਰ ਹੈ ਤੇ ਉਹਦੇ ਕੋਈ ਕਾਰਨ ਨੇ ਹਾਂਜੀ ਜੇ ਤੁਹਾਡੀ ਗਵਰਨਮੈਂਟ ਕਹਿੰਦੇ ਆ ਨਹੀਂ then ਤੁਸੀਂ deportation immediately ਹੋ ਜਾਂਦੇ ਆ if they say yes then ਤੁਸੀਂ asylum ਚ ਹੋ ਜਾਂਦੇ ਆ applying for defensive asylum ਓਕੇ ਤੇ ਕੁਝ ਥੋੜਾ ਜਿਹਾ ਬਿਕੋਜ਼ ਇਹ ਕਾਨੂੰਨ ਵਾਲਾ ਨੁਕਤਾ ਨਹੀਂ ਹੈ ਪਰ ਕਿਉਂਕਿ ਤੁਹਾਨੂੰ ਮਿਲੇ ਹੋਏ ਲੋਕ ਤੁਹਾਨੂੰ ਸਭ ਕੁਝ ਦੱਸਦੇ ਨੇ ਜਦੋਂ ਬੰਦਾ ਬਾਰਡਰ ਤੇ ਪਹੁੰਚ ਜਾਂਦਾ ਮੈਂ ਵਕੀਲਾਂ ਵੱਲ ਬਾਅਦ ਚ ਆਉਣਾ ਆ ਤਾਂ ਉਹਦੇ ਨਾਲ ਕੀ ਵਾਪਰਦੀ ਉਦੋਂ ਜਦੋਂ ਉਹਨੇ ਪਹੁੰਚਿਆ ਆਈਸੇ ਕੋਲ ਪਹੁੰਚ ਕੀਤੀ ਹੈ ਆਮ ਤੌਰ ਤੇ ਲੋਕਾਂ ਦੇ ਦਿਮਾਗ 'ਚ ਇਹ ਵੀ ਆਈਸ ਦਾ ਤਾਂ ਕੰਮ ਹੈ ਤੁਹਾਨੂੰ ਚੁੱਕ ਕੇ ਬਾਰਡਰ ਤੋਂ ਬਾਹਰ ਛੱਡ ਦੇਣਾ ਹਾਂਜੀ ਬੇਸਿਕਲੀ ਉਹੀ ਹੁੰਦਾ you have to affirmatively ਦੱਸਣਾ ਪੈਣਾ ਗਵਰਨਮੈਂਟ ਨੂੰ ਮੈਂ ਇੱਥੇ ਅਸਾਈਲਮ ਵਾਸਤੇ ਆ ਰਿਹਾ ਸੋ ਯੂ ਹੈਵ ਜੇ ਤੁਸੀਂ ਨਹੀਂ ਕਹਿੰਦੇ ਉਹਨੂੰ ਪਤਾ ਨਹੀਂ ਹੈਗਾ ਗਵਰਨਮੈਂਟ ਨੂੰ ਕਿ ਤੁਸੀਂ ਕਿਉਂ ਆ ਰਿਹਾ ਫॉर ਵਾਟ ਰੀਜ਼ਨ ਉਹਨਾਂ ਨੇ ਅਸੰਪਸ਼ਨ ਹੋਇਆ ਕਿ ਤੁਸੀਂ ਬਸ ਇਲੀਗਲੀ ਆ ਰਿਹਾ ਐਂਡ ਦੈਟਸ ਇਟ ਸੋ ਆਮ ਤੌਰ ਤੇ ਉੱਥੇ ਵੀ ਲੋਕ ਫਸਦੇ ਨੇ ਜਿਹੜੇ ਤਿਆਰੀ ਨਹੀਂ ਕਰਕੇ ਆਏ ਹੁੰਦੇ ਤੁਹਾਨੂੰ ਏਜੰਟ ਨੇ ਇਹ ਕਹਿਤਾ ਵੀ ਬਾਰਡਰ ਤੇ ਪਹੁੰਚ ਜਾਓ ਫਿਰ ਤੁਹਾਨੂੰ ਕੰਮ ਵੀ ਮਿਲ ਜੂ ਉਹ ਸੰਭਾਵਨਾ ਨਹੀਂ ਹੈ ਜੋ ਤੁਹਾਨੂੰ ਉਹਨਾਂ ਨੇ ਆਪਣੀ ਕਸਟਡੀ 'ਚ ਰੱਖਣਾ ਆ ਤਾਂ ਤੁਹਾਡਾ ਪੂਰਾ ਕੇਸ ਦਿਮਾਗ 'ਚ ਤੁਹਾਡੇ ਕੋਲ ਤਿਆਰ ਹੋਣਾ ਚਾਹੀਦਾ ਹਾਂਜੀ 100% ਓਕੇ ਰਾਜਾ ਭਾਜੀ ਇਹ ਦੱਸੋ ਹੁਣ ਕਿ ਉਹ ਸਿਚੁਏਸ਼ਨ ਦੇ ਵਿੱਚ ਜਦੋਂ ਤੁਸੀਂ ਇੱਕ ਡਿਟੈਂਸ਼ਨ ਸੈਂਟਰ 'ਚ ਹੈਗੇ ਹੋ ਤਾਂ ਉਹਦੇ ਕੋਲ ਬੰਦੇ ਕੋਲ ਜਿਹੜਾ ਡਿਟੈਂਸ਼ਨ ਸੈਂਟਰ ਤੇ ਕੋਈ ਹੱਕ ਹੁੰਦਾ ਹੈ ਕਿਸੇ ਨਾਲ ਕੰਟੈਕਟ ਕਰਨ ਦਾ ਜਾਂ ਕਿਸੇ ਤਰ੍ਹਾਂ ਆਪਣੇ ਵਾਸਤੇ ਕੁਝ ਕਰ ਸਕਣ ਦਾ ਹੱਕ ਹੈਗਾ the only person ਜਿਹਦੇ ਨਾਲ ਤੁਸੀਂ ਟਾਕ ਕਰ ਸਕਦੇ is your ਵਕੀਲ ਵਕੀਲ ਦੇ ਨਾਲ ਗੱਲ ਕਰ ਸਕਦੇ no one else can talk to you ਵਕੀਲ ਦੇ ਨਾਲ ਕਦੇ they'll tell you ਤੁਸੀਂ ਵਕੀਲ normally ਇੱਕ paperwork ਹੁੰਦਾ ਹੈ called G28 ਤੁਸੀਂ ਸਾਈਨ ਕਰਵਾਉਣਾ ਪੈਂਦਾ from your attorney to communicate common misunderstanding ਹੈਗੀ ਤੁਸੀਂ signature ਚਾਹੀਦਾ for you to talk to your attorney but ਜੇ ਤੁਸੀਂ deportation ਚ ਜੇਲ੍ਹ 'ਚ ਬੈਠੇ ਹੋਏ ਤੁਸੀਂ signature ਕਿਵੇਂ ਦੇ ਸਕਦੇ ਹੋ ਵਕੀਲ ਨੂੰ so it's impossible to get your signature so there is exceptions ਹੈਗੀ it's for this exact rule that ਤੁਸੀਂ ਜੇ ਵਕੀਲ ਹੈਗਾ you don't have to have a signature on record ਵਕੀਲ ਨੂੰ ਕਹਿ ਦਿਓ they will contact the deportation center ਜਿੱਥੇ ਤੁਸੀਂ ਬੈਠੇ ਹੋਏ they can communicate with you directly by talking to the asylum officer very important point once again ਤੁਸੀਂ ਤਿਆਰੀ ਕਰਕੇ ਜੇ ਤੁਰੇ ਹੋ ਆਪਣੇ ਮੁਲਕ ਤੋਂ ਤੇ ਵਕੀਲ ਨਾਲ ਪਹਿਲਾਂ ਟਾਈ ਅਪ ਕਰਕੇ ਤੁਰੋ ਹਾਂਜੀ then you're going to land there ਤੇ ਉਸ ਤੋਂ ਬਾਅਦ ਤੁਸੀਂ ਮਦਦ ਮੰਗੋਗੇ ਮੈਂ ਤੁਹਾਨੂੰ ਫੋਨ ਕਰੂੰਗਾ ਤੇ ਤੁਸੀਂ ਮਦਦ ਲਈ ਉੱਥੇ ਵਕੀਲ ਤੁਹਾਡੇ ਤਿਆਰ ਹੋਏ ਤੁਸੀਂ ਆ ਕੇ ਲੱਭਣਾ ਨਹੀਂ ਸ਼ੁਰੂ ਕਰ ਸਕਦੇ ਇਸ ਮਾਮਲੇ ਦੇ ਵਿੱਚ ਤੁਹਾਨੂੰ ਤੁਹਾਡਾ ਏਜੰਟ ਕੁਝ ਵੀ ਕਹਿ ਰਿਹਾ ਹੋਵੇ ਜੇ ਉਹ ਇਹ ਗੱਲ ਦੱਸ ਰਿਹਾ ਤਾਂ ਤੁਹਾਨੂੰ ਸਹੀ ਗਾਈਡ ਕਰ ਰਿਹਾ ਜੇ ਨਹੀਂ ਦੱਸ ਰਿਹਾ ਤਾਂ ਉਹ ਗਲਤ ਹੈ right basically ਉਹਦੇ ਨਾਲ is very important too because ਜੇ ਤੁਸੀਂ ਬੋਰਡ 'ਚ ਸਟਾਪ ਹੁੰਦੇ ਆ ਤੁਹਾਡੀ ਟਾਈਮ ਲਿਮਿਟ ਹੁੰਦਾ so it's not like ਤੁਸੀਂ you can stay there right so ਜੇ ਤੁਸੀਂ credible fear interview ਨਹੀਂ ਹੁੰਦੀ ਤੁਸੀਂ attorney ਨੂੰ ਨਹੀਂ ਮੰਗਦੇ they will deport you and put you in removal proceedings ਬਿਨਾਂ ਸੁਣਵਾਈ ਦੇ ਵੀ ਕਰ ਸਕਦੇ ਆ ਹਾਂਜੀ exactly alright so ਇਸ ਵਾਸਤੇ ਧਿਆਨ ਰੱਖੋ ਕਿ ਤੁਹਾਡਾ ਕੇਸ ਪਹਿਲਾਂ ਇੱਥੇ ਆਉਣ ਤੋਂ ਪਹਿਲਾਂ ਜੇ ਕਾਗਜ਼ਾਂ 'ਚ ਨਹੀਂ ਹੈਗਾ ਤਾਂ ਦਿਮਾਗ 'ਚ ਸਿੱਕੇਬੰਦ ਹੋਣਾ ਜ਼ਰੂਰੀ ਹੈ ਤਾਂ ਕਿ ਤੁਸੀਂ ਵਕੀਲ ਦੀ ਮਦਦ ਲੈ ਕੇ ਅਗਾਂਹ ਤੁਰ ਸਕੋ ਉਹ ਮਦਦ ਕਿੱਦਾਂ ਲਈ ਜਾਂਦੀ ਹੈ ਉਹਦੇ ਵੱਲ ਤੁਰਾਂਗੇ ਇੱਕ ਛੋਟੇ ਜਿਹੇ ਵਕਫੇ ਦੇ ਲਈ ਰੁਕਦੇ ਹਾਂ ਬ੍ਰੇਕ ਤੋਂ ਬਾਅਦ ਅਸੀਂ ਵਾਪਸ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਗੱਲਬਾਤ ਦਾ ਸਿਲਸਿਲਾ ਫੇਰ ਜਾਰੀ ਹੈ ਸਿੰਘ ਲਾਅ ਐਸੋਸੀਏਟ ਤੋਂ ਰਾਣਾ ਸਿੰਘ ਤੇ ਰਾਜਾ ਸਿੰਘ ਸਾਡੇ ਵਿਚਕਾਰ ਮੌਜੂਦ ਨੇ ਦੋਨੇ ਨਿਊਯਾਰਕ ਦੇ ਵਿੱਚ ਲੌਂਗ ਆਈਲੈਂਡ ਦੇ ਵਿੱਚ ਮਕਬੂਲ ਅਟਾਰਨੀਜ਼ ਨੇ ਔਰ ਅਸੀਂ ਇਹਨਾਂ ਤੋਂ ਮਦਦ ਲਈ ਹੈ ਇਹ ਜਾਣਨ ਦੇ ਵਾਸਤੇ ਕਿ ਜੇ ਤੁਸੀਂ ਅੱਜ ਦੇ ਐਪੀਸੋਡ ਦੇ ਵਿੱਚ ਇਹ ਜਾਣਨ ਦੇ ਵਾਸਤੇ ਕਿ ਜੇ ਤੁਸੀਂ ਅਸਾਈਲਮ ਲਈ ਅਪਲਾਈ ਕਰ ਰਹੇ ਹੋ ਤਾਂ ਕੀ ਮੁਸ਼ਕਲਾਂ ਆਉਂਦੀਆਂ ਨੇ ਕਿਹੜੇ ਰਾਸਤੇ ਨੇ ਜਿਨ੍ਹਾਂ ਦੇ ਜ਼ਰੀਏ ਤੁਸੀਂ ਅਪਲਾਈ ਕਰ ਸਕਦੇ ਹੋ ਔਰ ਇੰਪੋਰਟੈਂਟ ਚੀਜ਼ ਜੇ ਤੁਸੀਂ ਇਹਨਾਂ ਦੋਵਾਂ ਨਾਲ ਸੰਪਰਕ ਕਰਨਾ ਚਾਹੁੰਦੇ ਹੋ ਤਾਂ ਉੱਪਰ ਹੈਡਰ ਦੇ ਉੱਤੇ ਤੁਸੀਂ ਫੋਨ ਨੰਬਰ ਤੇ ਈਮੇਲ ਆਈਡੀ ਦੋਨੋਂ ਵੇਖ ਰਹੇ ਹੋ ਬੇਸ਼ੱਕ ਤੁਸੀਂ ਇੰਡੀਆ 'ਚ ਬੈਠੇ ਹੋ ਤਾਂ ਵੀ ਜਾਣਕਾਰੀ ਹਾਸਲ ਕਰ ਸਕਦੇ ਹੋ ਕਿਸੇ ਹੋਰ ਮੁਲਕ ਦੇ ਵਿੱਚ ਬੈਠੇ ਹੋ ਅਮਰੀਕਾ ਤੋਂ ਬਾਹਰ ਤਾਂ ਵੀ ਅਮਰੀਕਾ 'ਚੋਂ ਤਾਂ ਵੀ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਔਰ ਇਹ ਵਰਕਿੰਗ ਡੇਜ਼ ਦੇ ਉੱਤੇ ਫੋਨ ਨੰਬਰ ਚੱਲਦੇ ਨੇ ਲਗਾਤਾਰ ਰਾਈਟ ਸੋ ਇੰਪੋਰਟੈਂਟ ਕੁਐਸਚਨ ਹੁਣ ਤੁਸੀਂ ਡਿਟੈਂਸ਼ਨ ਸੈਂਟਰ 'ਚੋਂ ਨਿਕਲ ਗਏ ਹੋ ਕਿਸੇ ਤਰ੍ਹਾਂ ਪਹਿਲਾਂ ਤਾਂ ਨਿਕਲਣਾ ਕਿੱਦਾਂ ਸੰਭਵ ਹੈ ਇਹ ਦੱਸੋ ਉਹਦੇ ਵਾਸਤੇ ਕੋਈ ਬੌਂਡ ਭਰਨਾ ਪੈਣਾ ਕੋਈ ਜ਼ਮਾਨਤ ਦੇਣੀ ਪੈਣੀ ਹਾਂਜੀ ਸੋ ਤੁਸੀਂ ਤੁਹਾਡੀ ਹੀਅਰਿੰਗ ਹੁੰਦੀ ਹੈ ਬੌਂਡ ਦੀ ਹੀਅਰਿੰਗ ਹੁੰਦੀ ਹੈ where the government or the judge ਕਹਿੰਦੇ ਤੁਸੀਂ ਤੁਹਾਨੂੰ ਰਿਲੀਜ਼ ਕਰ ਸਕਦੇ ਆ along as you pay this certain amount ਉਹਨਾਂ ਦੇ amount ਹੁੰਦਾ reason ਵਾਸਤੇ is that ਤੁਸੀਂ you don't run away and ਵਾਪਸ ਨਹੀਂ ਆਉਂਦੇ without any confirmation with the government so bond ਨਾਲ ਤੁਸੀਂ freely you can roam the United States under strict regulations okay ਉਹ ਬੌਂਡ ਦਾ ਅਮਾਉਂਟ ਜੱਜ ਫਿਕਸ ਕਰਦਾ ਜਾਂ ਪੱਕਾ ਹੈ ਕਿ ਇੰਨੇ ਅਮਾਉਂਟ ਦਾ ਬੌਂਡ minimum ਹੁੰਦੇ ਆ bond generally minimum amount ਹੁੰਦਾ $15,000 $15,000 ਤੋਂ ਹਾਂਜੀ but you can always reduce it
for certain conditions. ਤੁਸੀਂ ਕਹਿ ਸਕਦੇ ਆ ਮੇਰੇ conditions ਆ ਹੈਗੇ ਆ ਹੈਗੇ ਆ and then ਇਹ ਤੁਹਾਡਾ ਵਕੀਲ ਇਸ ਬਾਰੇ ਪ੍ਰੋਸੀਡ ਕਰਦਾ ਹੈ based ਤੁਹਾਡਾ ਵਕੀਲ ਹੀ ਕਰਦਾ ਤੁਸੀਂ ਜਦ ਆਪਣੇ ਆਪ ਕਰਦੇ ਆ it's very hard to get it reduced but ਤੁਸੀਂ ਜਦੋਂ ਵਕੀਲ ਹਾਇਰ ਕਰਦੇ ਆ he knows better and he knows how to accommodate the bond. ਓਕੇ ਹੁਣੇ ਦੱਸੋ ਰਾਏ ਭਾਜੀ ਕਿ ਜਦੋਂ ਬੰਦਾ ਬਾਰਡਰ ਟੱਪ ਕੇ ਆਇਆ ਤਾਂ ਸਾਰਾ ਕੈਸ਼ ਤਾਂ ਆਪਣੇ ਕੋਲ ਰੱਖ ਨਹੀਂ ਸਕਦਾ ਫਿਰ ਉਹ ਬੌਂਡ ਦੇ ਪੈਸਿਆਂ ਦਾ ਇੰਤਜ਼ਾਮ ਕਿੱਦਾਂ ਹੋਏਗਾ ਉਹੀ ਸੈਂਗਲ ਜਿਵੇਂ ਤੁਸੀਂ ਪਹਿਲਾਂ ਕਹਿ ਰਹੇ ਸੀਗੇ ਪਹਿਲਾਂ ਦਿਮਾਗ 'ਚ ਸੋਚ ਕੇ ਮੇਕ ਦ ਪਲਾਨ ਸਾਰਾ ਕੁਝ ਐਡਜਸਟ ਕਰਕੇ ਜਦੋਂ ਤੁਸੀਂ ਹੈਗੇ ਜੇ ਤੁਸੀਂ ਇੱਥੇ ਫੈਮਿਲੀ ਹੈਗੀ ਜਾਂ ਕੋਈ ਫਰੈਂਡਸ ਹੈਗਾ ਉਹਨੂੰ ਦੱਸ ਦੋ ਇਸ ਦਿਨ ਆ ਰਿਹਾ ਪਤਾ ਨਹੀਂ ਕਦੋਂ ਆ ਰਿਹਾ ਪਰ ਜਦੋਂ ਆ ਗਿਆ ਮੈਂ ਵਕੀਲ ਨੂੰ ਫੋਨ ਕਰੂੰਗਾ ਔਰ ਤੁਹਾਨੂੰ ਫੋਨ ਕਰੂੰਗਾ ਤੁਸੀਂ ਸਾਰਾ ਕੁਝ ਪ੍ਰਿਪੇਅਰ ਕਰਕੇ ਮੇਰੀ ਬੌਂਡ ਦੀ ਰਕਮ ਜਿਹੜੀ ਆ ਉਹ ਤਿਆਰ ਕਰਨਾ ਸੋ ਬੇਸ਼ੱਕ ਤੁਸੀਂ ਇੰਡੀਆ ਚੋਂ ਭਿਜਵਾਈ ਹੋਵੇ ਜਾਂ ਉਹਨਾਂ ਨੇ ਆਪਣੇ ਵੱਲੋਂ ਖਰਚੀ ਹੋਵੇ ਉਹ ਰਕਮ ਤਿਆਰ ਕਰਕੇ ਕੋਈ ਬੰਦਾ ਤੁਹਾਡੇ ਵਕੀਲ ਦੇ ਕੰਟੈਕਟ ਦੇ ਵਿੱਚ ਆਉਣ ਵਾਸਤੇ ਤਿਆਰ ਹੋਣਾ ਚਾਹੀਦਾ ਹੈ ਸੋ ਦੈਟਸ ਵਨ ਵੇ ਆਫ ਡੂਇੰਗ ਇਟ ਜਿਹੜਾ ਬੌਂਡ ਤੁਸੀਂ ਭਰਦੇ ਹੋ ਉਹ ਜ਼ਮਾਨਤ ਹੈ ਔਰ ਉਹ ਰਿਫੰਡੇਬਲ ਹੈ ਸ਼ਾਇਦ ਰਾਈਟ ਐਗਜ਼ੈਕਟਲੀ ਹਾਂਜੀ ਉਹ ਰਿਫੰਡੇਬਲ ਹੈ ਜੇ ਤੁਸੀਂ ਆਪਣੇ ਆਪ ਨੂੰ ਕਾਨੂੰਨੀ ਤੌਰ ਤੇ ਉੱਥੇ ਸਲਾਮਤ ਸਾਬਤ ਕਰ ਦਿੰਦੇ ਹੋ ਸਰਕਾਰ ਕੋਲ ਐਗਜ਼ੈਕਟਲੀ ਜੇ ਤੁਸੀਂ ਲੌਂਗ ਐਸ ਤੁਸੀਂ ਜੋ ਵੀ ਤੁਹਾਡੀ ਕੋਰਟ ਡੇਟਸ ਹੈਗੇ ਤੁਸੀਂ ਆਂਦੇ ਆ ਯੂ ਕੈਨ ਆਲਵੇਜ਼ ਗੈਟ ਦ ਬੌਂਡ ਰਿਟਰਨ ਟੂ ਯੂ ਯੂਜੂਅਲੀ ਜਦੋਂ ਬੌਂਡ ਫਾਈਲ ਕਰਦੇ ਆ ਇਟਸ ਆਲਵੇਜ਼ family जो हुंदी ਤੁਹਾਡੇ ਵਾਸਤੇ ਪੇ ਕਰਦੇ ਆ so that way they can get their money back for you so 10 15 20000 25000 ਕਈਆਂ ਨੇ 25000 ਤੱਕ ਦੇ ਬੌਂਡ ਪੇ ਕੀਤੇ ਨੇ ਉਸ ਤੋਂ ਜ਼ਿਆਦਾ ਵੀ ਕੀਤੇ ਨੇ ਅਗਰ ਉਹ ਪੇ ਕਰਦੇ ਹੋ ਤਾਂ ਉਹ ਮਰਦਾ ਨਹੀਂ ਹੈ ਪੈਸਾ ਉਹ ਰਿਫੰਡੇਬਲ ਹੈ ਦੈਟਸ ਵੈਰੀ ਇੰਪੋਰਟੈਂਟ ਟੂ ਨੋਟ ਸੈਕੰਡ ਥਿੰਗ ਹੁਣ ਜਦੋਂ ਡਿਟੈਂਸ਼ਨ ਸੈਂਟਰ ਚੋਂ ਨਿਕਲ ਗਏ ਉਸ ਤੋਂ ਬਾਅਦ ਕੀ ਰਾਸਤੇ ਖੁੱਲਦੇ ਨੇ ਪਹਿਲੀ ਗੱਲ ਜਦੋਂ ਤੁਸੀਂ ਨਿਕਲਦੇ ਆ ਡਿਪੈਂਡਿੰਗ ਤੁਸੀਂ ਕਿੱਥੇ ਹੈਗੇ ਆ ਕਦੇ ਟੈਕਸਸ 'ਚ ਹੈਗੇ ਕਦੇ ਨਿਊ ਓਰਲੀਨਸ ਕਦੇ ਫਲੋਰੀਡਾ ਕਦੇ they will bounce you around from detention center ਪਹਿਲੀ ਗੱਲ you have to make sure you can communicate with your attorney or family ਦੇ ਨਾਲ ਕਹਿ ਸਕਦੇ ਆ now I'm in this location ਜਦੋਂ ਤੁਸੀਂ ਜੇ ਤੁਸੀਂ ਨਿਊਯਾਰਕ ਕਾਲ ਕਰਨ ਦੀ ਇਜਾਜ਼ਤ ਮਿਲਦੀ ਹੈ ਤੁਹਾਨੂੰ ਹਾਂਜੀ ਵਕੀਲ ਦੇ ਨਾਲ ਕਰ ਸਕਦੇ ਆ ਮੇਨਲੀ ਵਕੀਲ ਦੇ ਨਾਲ ਗੱਲ ਕਰ ਸਕਦੇ ਆ ਪਰ ਉਹਦੇ ਨਾਲ ਜਦੋਂ ਤੁਸੀਂ ਨਿਕਲ ਗਏ ਜੇ ਤੁਸੀਂ ਟੈਕਸਸ 'ਚ ਹੈਗੇ ਸਾਰਾ ਕੁਝ ਟੈਕਸਸ ਦੀ ਕੋਰਟ ਤੇ ਸਾਈਨ ਹੁੰਦਾ ਤੇ ਉਹਦੇ ਨਾਲ ਤੁਸੀਂ ਜਦੋਂ ਤੁਸੀਂ ਵਕੀਲ ਹਾਇਰ ਕਰਦੇ ਆ ਵਕੀਲ ਵੈਨਿਊ ਚੇਂਜ ਕਰ ਸਕਦਾ ਤੇ ਜੇ ਤੁਸੀਂ ਸਾਨੂੰ ਕਾਲ ਕਰਦੇ ਸੀ ਮੈਂ ਟੈਕਸਸ 'ਚ ਹੈਗਾ ਪਰ ਮੈਂ ਨਿਊਯਾਰਕ 'ਚ ਆਣਾ ਮੇਰੀ ਫੈਮਿਲੀ ਨਿਊਯਾਰਕ 'ਚ ਬੈਠੀ ਹੋਈ ਹੈ ਤੁਸੀਂ ਨਿਊਯਾਰਕ ਆ ਰਿਹਾ ਤੇ ਨਿਊਯਾਰਕ 'ਚ ਅਸੀਂ ਸਾਰੇ ਕੁਝ ਕੇਸ ਵੈਨਿਊ ਚੇਂਜ ਕਰਵਾ ਸਕਦੇ ਆ ਤੇ that way ਸਾਰਾ ਅੱਧ ਕੇਸ ਸਾਰਾ ਇੱਥੇ ਨਿਊਯਾਰਕ 'ਚ ਹੋਏਗਾ ਸੋ ਆਈਸ ਤੁਹਾਨੂੰ ਨਿਊਯਾਰਕ ਦੇ ਡਿਟੈਂਸ਼ਨ ਸੈਂਟਰ 'ਚ ਸ਼ਿਫਟ ਕਰ ਦੂਗੀ ਨਹੀਂ ਜਦੋਂ ਜੇ ਤੁਸੀਂ ਆਈਸ ਤੋਂ ਬਾਹਰ ਨਿਕਲ ਗਏ ਹੋ ਡਿਟੈਂਸ਼ਨ ਉਸ ਤੋਂ ਬਾਅਦ ਤੁਸੀਂ ਆਪ ਹੀ ਕਰਵਾਉਣੀ ਪੈਣੀ ਆ ਤੇ ਅਦਾਲਤ ਇਸ ਗੱਲ ਦੀ ਲਿਮਿਟ ਵੀ ਫਿਕਸ ਕਰਦੀ ਹੈ ਕਿ ਤੁਸੀਂ ਇਸ ਸਟੇਟ ਤੋਂ ਬਾਹਰ ਨਹੀਂ ਜਾ ਸਕਦੇ ਇੰਨੀ ਹੱਦ ਤੋਂ ਬਾਹਰ ਨਹੀਂ ਜਾ ਸਕਦੇ sometimes ਹੁੰਦਾ that's why the purpose of the bond is there but you are free to travel the United States as long as ਤੁਸੀਂ government ਨੂੰ ਦੱਸਦੇ ਆ ਮੈਂ ਇੱਥੇ ਜਾ ਰਿਹਾ ਰੀਜ਼ਨ ਵਾਸਤੇ ਜਾ ਰਿਹਾ and ਤੁਸੀਂ ਉਹਨਾਂ ਨੂੰ ਤੁਸੀਂ sort of venue change ਹੁੰਦਾ ਜੇ ਤੁਸੀਂ venue ਨਹੀਂ change ਕਰਦੇ ਆ then you have to always go back to your original detention and ਜਿੱਥੇ ਕਿੱਥੇ sort of case start ਹੋਇਆ ਸੀਗਾ ਓਕੇ ਸੋ ਰਾਜਾ ਸਿੰਘ ਤੇ ਰਾਣਾ ਸਿੰਘ ਇੱਕ ਗੱਲ ਬਾਰ-ਬਾਰ ਜਿਹੜੀ ਦੱਸ ਰਹੇ ਨੇ ਉਸ ਗੱਲ ਤੋਂ ਮੈਂ ਇਹ ਸਾਫ਼ ਕਰਦਾ ਚੁਟਕਲਿਆਂ ਵਾਲੀ ਗੱਲ ਭੁੱਲ ਜਾਓ ਕਿ ਮੈਨੂੰ ਭਾਵੇਂ ਘੰਟੇ ਲਈ ਲਾ ਦਿਓ ਉਸ ਤੋਂ ਬਾਅਦ ਕਿਹੜਾ ਆਪਾਂ ਮੁੜਨਾ ਆ ਉਹ ਸਾਰਾ ਕੁਝ ਤੁਹਾਨੂੰ ਗੈਰ ਕਾਨੂੰਨੀ ਕਰ ਦੇਗਾ ਜੇ ਤੁਸੀਂ ਪੱਕੇ ਸੈਟਲ ਹੋਣਾ ਚਾਹੁੰਦੇ ਹੋ ਤਾਂ ਇਸ ਗੱਲ ਨੂੰ ਮਿਸ ਨਹੀਂ ਕਰ ਸਕਦੇ ਕਿ ਤੁਸੀਂ ਆਪਣੇ ਅਦਾਲਤੀ ਪੇਸ਼ੀਆਂ ਵੀ ਪੂਰੀਆਂ ਕਰੋ ਅਦਾਲਤ ਨੂੰ ਔਰ ਅਮਰੀਕਾ ਦੀ ਸਰਕਾਰ ਨੂੰ ਦੱਸ ਕੇ ਰੱਖੋ ਕਿੱਥੇ ਹੋ ਕੀ ਕਰ ਰਹੇ ਹੋ ਮੈਂ ਰਾਈਟ 100% ਇਹ ਗਲਤੀ ਅਸੀਂ ਨਹੀਂ ਅਫੋਰਡ ਕਰ ਸਕਦੇ ਔਰ ਦੂਸਰੀ ਚੀਜ਼ ਜਿਹੜੀ ਮੈਂ ਇਸ ਵੇਲੇ ਤੁਹਾਡੇ ਤੋਂ ਜਾਣਨਾ ਚਾਹੁੰਦਾ ਆ ਤੁਸੀਂ ਸ਼ੁਰੂ ਦੇ ਵਿੱਚ ਗੱਲ ਕੀਤੀ ਸੀ ਕਿ 21 ਦਿਨਾਂ ਦੇ ਵਿੱਚ ਇੰਟਰਵਿਊ ਜਿਹੜੀ ਸੁਣਵਾਈ ਹੋ ਜਾਂਦੀ ਹੈ ਤੁਸੀਂ ਗੱਲ ਕੀਤੀ ਸੀ ਉਹ ਪਹਿਲੇ ਨਾਲੋਂ ਕੀ ਫਰਕ ਹੈ ਪਹਿਲਾਂ ਤਾਂ ਸ਼ਾਇਦ ਬਹੁਤ ਲੰਬਾ ਸਮਾਂ ਲੱਗ ਜਾਂਦਾ ਸੀ ਤੇ ਹੁਣ ਕੀ ਫਰਕ ਆਇਆ Well, basically, starting February 1st, 2018, the which government has passed that within 21 days, so the interview date the aajagi, right? So they will tell you what day your interview is, and usually sort of within 45 days, so the interview the schedule ho jandi hai. So ਜਿਹੜੇ ਨਵੇਂ ਲੈਂਡ ਕਰ ਰਹੇ ਨੇ ਇਹ ਉਹਨਾਂ ਵਾਸਤੇ ਹੈ Basically, ਉਹੀ ਹੈਗਾ ਹੁਣ ਕਹਿੰਦੇ last in first out. So जो भी बंदे apply करते हैं recently, they're getting the dates earlier and earlier. ਤੁਸੀਂ ਥੋੜੀ dates ਵੀ ਪਿਛਲੇ 3 ਸਾਲ ਤੁਸੀਂ wait ਵੀ ਕਰਦੇ ਆ then those people can also request to have earlier dates. ਓਕੇ ਸੋ ਅਸਾਈਲਮ ਸੀਕਰਸ ਦੇ ਵਾਸਤੇ ਇਹਦਾ ਨੁਕਸਾਨ ਇਹ ਹੋਇਆ ਕਿ ਜੇ ਤੁਸੀਂ ਹੁਣ ਅਸਾਈਲਮ ਦੀ ਐਪਲੀਕੇਸ਼ਨ ਪਾ ਰਹੇ ਹੋ ਤਾਂ ਜ਼ਰੂਰੀ ਨਹੀਂ ਕਿ ਤੁਹਾਨੂੰ ਉਹਦੇ 'ਚ ਹਰ ਵਾਰ ਕੰਮ ਕਰਨ ਦਾ ਮੌਕਾ ਮਿਲੇਗਾ ਤੁਹਾਨੂੰ ਆਪਣੇ ਅਟਾਰਨੀ ਨਾਲ ਕੰਟੈਕਟ ਕਰਕੇ ਡਿਟੇਲ ਵਰਕਆਊਟ ਕਰਨਾ ਹੀ ਪਏਗਾ ਤੁਸੀਂ ਇਹ ਨਹੀਂ ਸੋਚ ਸਕਦੇ ਕੋਈ ਨਾ ਮੇਰੀ ਤੇ ਵਾਰੀ 6 ਮਹੀਨੇ ਬਾਅਦ ਆਣੀ 21 ਦਿਨਾਂ 'ਚ ਵਾਰੀ ਆ ਜਾਣੀ ਹੈ As new regulations ਹਾਂਜੀ ਹਾਂ ਗਵਰਨਮੈਂਟ ਨੇ ਇਹ ਸੋਚਿਆ ਕਿ ਜਿਹੜੇ ਪਹਿਲਾਂ ਆ ਰਹੇ ਉਹਨਾਂ ਤੇ ਵਾਪਸ ਘੱਲੀਏ ਜਿਹੜੇ ਫਸੇ ਨਹੀਂ ਤੇ ਉਹ ਤਾਂ ਉਹਨਾਂ ਤਾਂ ਅਸੀਂ ਡੀਲ ਕਰਨਾ ਹੀ ਕਰਨਾ ਹੈ ਹਾਂਜੀ ਰਾਈਟ ਸੋ ਇਟਸ ਮੋਰ ਇੰਪੋਰਟੈਂਟ ਟੂ ਕੰਟੈਕਟ ਯੂਰ ਅਟਾਰਨੀ ਕਿਉਂਕਿ ਉਹ 21 ਦਿਨਾਂ ਦੇ ਅੰਦਰ ਹੋ ਜਾ ਤੁਹਾਨੂੰ ਫਿਰ ਵਾਪਸ ਜਾਣਾ ਪੈ ਜਾਵੇ ਤੇ ਆਉਣ ਜਾਣ ਦਾ ਸਾਰਾ ਖਰਚਾ ਤੁਹਾਡਾ ਬਰਬਾਦ ਹੋ ਜੇ ਦੈਟਸ ਵੈਰੀ ਇੰਪੋਰਟੈਂਟ ਇਹ ਯਾਦ ਰੱਖਿਓ ਕੰਮ ਕਰਨ ਦੀ ਜਿਹੜੀ ਇਜਾਜ਼ਤ ਹੈ ਉਹਦੀ ਥੋੜੀ ਡਿਟੇਲ ਦੇ ਵਿੱਚ ਜਾਈਏ ਕਿੱਦਾਂ ਦਾ ਕੰਮ ਕਰਨਾ ਅਲਾਉਡ ਹੁੰਦਾ ਆ ਕਿ ਉਹਦੇ 'ਚ ਪੈਸੇ ਕਮਾ ਕੇ ਘਰ ਵੀ ਭੇਜ ਸਕਦਾ ਬੰਦਾ Basically ਕੰਮ ਦੇ ਨਾਲ ਤੁਸੀਂ you can legally work at any job
ਤੁਹਾਡੀ work authorization ਹੈਗੀ ਆ for that purpose that you can apply to any job. Whether you want to work at a restaurant or ਤੁਸੀਂ IT 'ਚ ਕੰਮ ਕਰਦੇ ਹੋ, so you're legally authorized to work. But ਤੁਹਾਡਾ time ਜੋ ਹੁੰਦਾ work ਕਰਨ ਵਾਸਤੇ is limited. So usually 2 ਸਾਲ ਦਾ ਹੁੰਦਾ, ਜਦੋਂ 2 ਸਾਲ ਦੀ ਤੁਹਾਡੀ decision ਨਹੀਂ ਆਉਂਦੀ, you can apply for another extension for another year to work legally. ਔਰ ਜਿਹੜਾ ਉਸ ਤੋਂ ਪੈਸਾ ਕਮਾਉਂਦਾ ਹੈ ਬੰਦਾ, ਵੈਸੇ ਤੇ ਅਦਾਲਤ ਦਾ ਇਹ ਮੰਨਣਾ ਹੈ ਕਿ ਤੁਹਾਡੇ ਸਰਵਾਈਵਲ ਕਾਸਟ ਦੇ ਵਾਸਤੇ ਜਾਂ ਆਪਣੀਆਂ ਕੋਰਟ ਦੀ ਕੋਸਟ ਦੇ ਵਾਸਤੇ ਤੁਸੀਂ ਕਰਦੇ ਹੋ, ਪਰ ਉਹਨੂੰ ਕਿ ਇੰਡੀਆ ਭੇਜ ਸਕਦਾ ਆਪਣੇ ਪਰਿਵਾਰ ਨੂੰ? 100% ਤੁਸੀਂ ਭੇਜ ਸਕਦੇ ਇੰਡੀਆ ਨੂੰ, and it's always good to income ਦੇ ਨਾਲ ਤੁਸੀਂ ਜ਼ਰੂਰ ਤੁਹਾਡੇ taxes ਭਰੋ, because ਤੁਹਾਡੀ end goal ਜੋ ਹੈਗੀ ਆ, you can possibly become a green card holder and citizen. ਜੇ ਤੁਸੀਂ ਤੁਹਾਡੀ taxes ਨਹੀਂ pay ਕਰਦੇ, ਤੁਸੀਂ show ਕਰਨਾ, you have to show you are ਕਹਿੰਦੇ a model citizen of the United States, and being a model citizen ਜੋ ਸਾਰੇ ਅਸੀਂ ਕਰਦੇ ਆ is paying taxes. So there's income ਆਉਂਦੀ ਆ, make sure you pay the taxes as you earn the income. ਤਾਂ ਜੇ ਅਸੀਂ ਆ ਕੇ ਦਾਵਾ ਕਰਤਾ ਕਿ ਅਸੀਂ ਅਮਰੀਕਾ ਰਹਿਣਾ ਚਾਹੁੰਦੇ ਹਾਂ, ਅਸੀਂ ਆਪ ਇਮਾਨਦਾਰ ਹੈ, ਸਿਆਣੇ ਆ, ਪਰ ਸਾਨੂੰ ਪਿੱਛੋਂ ਦੀ ਨਹੀਂ ਰਹਿਣ ਦਿੱਤਾ ਗਿਆ, ਤਾਂ ਇੱਥੇ ਆ ਕੇ ਖੁਦ ਨੂੰ ਇਮਾਨਦਾਰ ਸਾਬਤ ਕਰਨ ਲਈ ਸਭ ਤੋਂ ਪਹਿਲਾਂ ਕਮਾਈਆਂ ਦੇ ਟੈਕਸ ਵੀ ਪੇ ਕਰੋ। ਵੈਰੀ ਇੰਪੋਰਟੈਂਟ ਪੁਆਇੰਟ। ਓਕੇ ਭਾਈ, ਇਹ ਦੱਸੋ ਕਿ ਅਗਰ ਕਿਸੇ ਦੀ ਮੰਨ ਲਓ ਡਿਪੋਰਟੇਸ਼ਨ ਲੱਗ ਗਈ ਆ, ਡਿਨਾਈ ਹੋ ਗਿਆ ਆ ਇੱਥੇ ਰਹਿਣਾ, ਤੇ ਕੰਮ ਦਾ ਵੀ ਕੰਮ ਔਖਾ ਹੋ ਗਿਆ, ਤਾਂ ਉਹਦੇ ਬਾਵਜੂਦ ਬੰਦਾ ਕਿਉਂਕਿ ਇੰਨਾ ਪੈਸਾ ਖਰਚ ਕੇ ਆਇਆ, ਮਿਹਨਤ ਲੱਗੀ, ਸਮਾਂ ਲੱਗਿਆ, ਉਹ ਰਹਿਣਾ ਚਾਹੁੰਦਾ, ਤਾਂ ਉਹਦਾ ਕੀ ਰਸਤਾ ਹੈ? ਜੇ deportation final deportation ਦੀ order ਆ ਗਈ, ਉਹਦੇ ਨਾਲ ਹੋਰ 2-3 ਆਪਸ਼ਨਸ ਵੀ ਹੈਗੇ ਬਾਅਦ ਚ, ਪਰ ਉਹਦੇ ਨਾਲ ਆਦੀ ਕੇਸ ਦੀ ਸਿਚੁਏਸ਼ਨ ਡਿਪੈਂਡ ਕਰਦੀ ਹੈ। ਇੱਕ ਆਪਸ਼ਨ ਹੁੰਦੀ ਹੈ cancellation of removal, ਜਿਵੇਂ ਤੁਸੀਂ ਕਹਿ ਸਕਦੇ ਹੋ I want to stop my deportation and this is why explanation ਦੇਣੀ ਪੈਣੀ ਹੈ। ਇੱਕ ਹੋਰ ਹੁੰਦੀ ਹੈ withholding of removal, ਤੁਸੀਂ basically government ਕਹਿ ਰਿਹਾ deportation ਕਰ ਦਾਂਗੇ but not right now, ਬਾਅਦ ਚ ਦੇ ਸਕਦੇ ਆ, ਵਿਦਹੋਲਡ ਕਰ ਲਓ, withhold ਕਰ ਦੋ। ਉਸ ਦੇ ਦੌਰਾਨ ਕਿੱਦਾਂ ਦੇ ਕਾਰਨ ਹੁੰਦੇ ਆ? ਵਿਆਹ ਕਰਾ ਲਵੇ ਬੰਦਾ, ਜਾਂ ਪੜਨ ਲੱਗ ਜਾਵੇ, ਜਾਂ ਨੌਕਰੀ ਕਰਨ, ਕੀ ਹੋ ਸਕਦਾ ਜਿਹਦੇ ਕਰਕੇ ਵਿਦਹੋਲਡ ਹੁੰਦੀ? ਉਹਦੇ ਨਾਲ ਬਹੁਤ ਸਾਰੀਆਂ ਆਪਸ਼ਨਸ ਹੈਗੇ, ਵਿਆਹ ਕਰ ਸਕਦੇ ਆ ਤੁਸੀਂ, ਮੇਨਲੀ ਹੁੰਦੀ ਹੈ ਤੁਸੀਂ ਸ਼ੋਅ ਕਰਨੀ ਪੈਣੀ ਹੈ ਦੇयर ਇਜ਼ ਅ ਰੀਜ਼ਨ ਵਾਈ ਤੁਸੀਂ ਵਾਪਸ ਨਹੀਂ ਜਾ ਸਕਦੇ। ਉਹਦੇ ਨਾਲ ਤੁਸੀਂ ਕਹਿ ਸਕਦੇ ਜੇ ਤੁਸੀਂ ਬੱਚੇ ਹੈਗੇ ਆ, ਬੱਚੇ ਦੀ ਕੋਈ ਸਿਕਨੈਸ ਹੈਗੀ ਆ, ਆਪਦੀ ਕੋਈ ਇਲਨੈਸ ਹੈਗੀ, ਤੁਸੀਂ ਕਹਿ ਸਕਦੇ ਗਵਰਨਮੈਂਟ ਨੂੰ ਜਿਹੜੀ ਟ੍ਰੀਟਮੈਂਟ ਇੰਡੀਆ ਦੇ ਹੈਗੀ ਆ, ਟ੍ਰੀਟਮੈਂਟ ਇੱਥੇ ਜ਼ਿਆਦਾ ਵਧੀਆ ਹੈਗਾ, ਮੈਂ ਇੰਡੀਆ ਵਾਪਸ ਨਹੀਂ ਜਾ ਸਕਦਾ। ਉਹ ਜੇ ਤੁਸੀਂ ਆਪਦੇ ਕੋਲ ਬੱਚੇ ਹੈਗੇ ਔਰ ਫੈਮਿਲੀ ਹੈਗੀ, ਤੁਸੀਂ ਆਦੇ ਮੇਰੀ ਸਾਰੀ ਫੈਮਿਲੀ ਇੱਥੇ ਆ, ਦੇ ਡਿਪੈਂਡ ਔਨ ਮੀ, ਮੈਂ ਤਾਂ ਪ੍ਰਾਇਮਰੀ ਇਨਕਮ ਅਰਨਰ ਹੈਗਾ, ਜੇ ਮੈਂ ਇੰਡੀਆ ਵਾਪਸ ਚਲੇ ਗਿਆ, ਮਾਈ ਫੈਮਿਲੀ cannot make a living, they cannot survive here. ਮੈਨੂੰ ਆਮ ਤੌਰ ਤੇ ਸੁਣ ਕੇ ਲੱਗਦਾ ਹੈ ਕਿ ਅਸਾਈਲਮ ਦੀ ਬਸ ਅਸਾਈਲਮ ਦੀ ਐਪਲੀਕੇਸ਼ਨ ਪਾਣੀ, ਬਾਕੀ ਸਭ ਕੁਝ ਆਪੇ ਹੋ ਜੂ। ਅਰੇ ਨੋ, ਇੰਨੇ ਸਾਰੇ ਦਾ ਪੇਜ ਉਹਦੇ ਲੁਕੇ ਹੋਏ ਹੈਗੇ ਆ, ਔਰ ਉਹ ਸ਼ਾਇਦ ਕੇਸ ਟੂ ਕੇਸ ਹੋਰ ਵੀ ਵੇਰੀ ਕਰਨਗੇ। ਹਾਂਜੀ ਐਗਜ਼ੈਕਟਲੀ, ਕੇਸ ਟੂ ਕੇਸ ਸਾਰਾ ਕੁਝ ਵੈਰੀ ਕਰਦਾ। ਸੋ ਕੱਲੇ ਇਸ ਐਪੀਸੋਡ 'ਚ ਸਭ ਕੁਝ ਕਲੀਅਰ ਨਹੀਂ ਹੋ ਸਕਦਾ, ਅਲਟੀਮੇਟਲੀ ਤੁਹਾਨੂੰ ਕੰਟੈਕਟ ਕਰ ਲੈਣਾ ਚਾਹੀਦਾ। ਮੈਂ ਫੇਰ ਯਾਦ ਕਰਾਦਾ, ਫੋਨ ਨੰਬਰ ਤੇ ਈਮੇਲ ਚੱਲ ਰਹੇ ਨੇ, ਤੁਸੀਂ ਡਾਇਰੈਕਟ ਇਹਨਾਂ ਨੂੰ ਕੰਟੈਕਟ ਕਰਕੇ, ਇੱਥੇ ਰਾਜਾ ਸਿੰਘ ਰਾਣਾ ਸਿੰਘ ਤੁਹਾਡੇ ਕੰਟੈਕਟ ਦੇ ਵਿੱਚ ਹੋਣਗੇ, ਉਹ ਤੁਹਾਨੂੰ ਤੁਹਾਡਾ ਪਾਰਟਿਕੂਲਰ ਕੇਸ ਸੁਣ ਕੇ ਉਹਦੀਆਂ ਬਰੀਕੀਆਂ ਵੀ ਦੱਸ ਦੇਣਗੇ ਕਿ ਕੀ ਹੋ ਸਕਦਾ। ਆਖਰ 'ਚ ਸਭ ਤੋਂ ਇੰਪੋਰਟੈਂਟ ਇਸ਼ੂ, ਅਸਾਈਲਮ ਤੋਂ ਅਗਲਾ ਪੜਾ ਕੀ ਕੋਈ ਕਿਸੇ ਹੋਰ ਡਿਫਰੈਂਟ ਕਿਸਮ ਦਾ ਵੀਜ਼ਾ ਆ, ਜਾਂ ਗ੍ਰੀਨ ਕਾਰਡ ਤੇ ਸਿਟੀਜ਼ਨਸ਼ਿਪ ਅਗਲਾ ਰਸਤਾ ਖੁੱਲਦਾ ਹੈ? Both options ਹੈਗੇ asylum ਦੇ ਬਾਅਦ। Asylum is the end goal ਜੋ ਵੀ ਹੈਗਾ is to become a citizen. Asylum ਨਾਲ ਤੁਹਾਡੀ ਜਦੋਂ grant ਹੋ ਜਾਂਦੀ ਹੈ, you can get a green card, and after a green card you apply for citizenship. And there's other options ਵੀ ਹੈਗੇ green card ਮੰਗਣ ਵਾਸਤੇ ਵੀ as well. ਸੋ ਅਸਾਈਲਮ ਦੀ ਅਰਜ਼ੀ ਅਪਰੂਵ ਹੋਣ ਦੇ ਬਾਅਦ ਜੇ ਤੁਹਾਨੂੰ ਓਕੇ ਮਿਲ ਜਾਂਦੀ, ਤੇ ਉਸ ਤੋਂ ਗ੍ਰੀਨ ਕਾਰਡ ਦੇ ਵਿੱਚ ਕਿੰਨਾ ਫਰਕ ਹੁੰਦਾ ਹੈ? 1 ਸਾਲ ਦੀ ਵੇਟ ਕਰਨੀ ਪੈਣੀ ਹੈ। So once your asylum is granted, after waiting 1 year you can apply for the green card for yourself. And ਜੋ ਵੀ ਤੁਹਾਡੀ ਫੈਮਿਲੀ ਹੈਗੀ, whether ਇੰਡੀਆ 'ਚ ਹੈਗੇ ਆ, ਜੋ ਇੱਥੇ ਵੀ ਹੈਗੇ ਆ, you can also apply for them for their green card. ਤੁਸੀਂ ਟੈਕਨੀਕਲ ਤੇ ਲੀਗਲ ਦਾ ਪੇਜ ਦੀ ਗੱਲ ਦੇ ਨਾਲ ਇੱਕ ਵਰਡ ਯੂਜ਼ ਕੀਤਾ ਸੀ, ਆਪਣੇ ਆਪ ਨੂੰ ਮਾਡਲ ਸਿਟੀਜ਼ਨ ਦੇ ਤੌਰ ਤੇ ਪ੍ਰੂਵ ਕਰਨ ਦਾ। ਅਸਾਈਲਮ ਦੀ ਅਰਜ਼ੀ ਚੱਲ ਰਹੀ ਹੈ ਜਾਂ ਅਪਰੂਵ ਹੋ ਗਈ ਹੈ, ਤੇ ਗ੍ਰੀਨ ਕਾਰਡ ਦੀ ਇੰਤਜ਼ਾਰ ਹੋ ਰਹੀ ਹੈ, ਉਸ ਦੌਰਾਨ ਆਪਣੇ ਵਰਤਾਅ ਦੇ ਵਿੱਚ, ਆਪਣੇ ਬਿਹੇਵੀਅਰ ਦੇ ਵਿੱਚ ਕਿਹੜੀਆਂ ਚੀਜ਼ਾਂ ਦਾ ਖਿਆਲ ਰੱਖਣਾ ਜ਼ਰੂਰੀ ਹੈ ਜਿਹੜੀਆਂ ਤੁਹਾਨੂੰ ਇੱਕ ਮਾਡਲ ਸਿਟੀਜ਼ਨ ਸਾਬਤ ਕਰਦੀਆਂ ਨੇ? ਸਭ ਤੋਂ ਵੱਡੀ ਗੱਲ ਹੈਗੀ ਹੈ to make sure that ਆਪਦੀ ਕੋਈ conviction or criminal record ਨਹੀਂ ਹੈਗੀ। ਚਾਹੇ ਉਹ ਰੈੱਡ ਲਾਈਟ ਟੱਪਣਾ ਹੀ ਆ, Red light, the whole conviction, they definition है crimes of moral turpitude. और the मतलब meaning जे में तुसी कोई fraud अगर चुट्टे बंदे है गया तुसी government lie करे तुसी सारे दिखा रहे तुसी you're not a good person. So all the उस crime दे ना कदे obviously जे murders होंगे, rapes, child molestation, कदे fraud the crimes होंगे, so those crimes ਕਿਸੇ ਤੋਂ ਪੈਸੇ ਲੈ ਕੇ ਗੜਬੜ ਕਰ ਦਿੱਤੀ, हाँ जी so ਅਸਾਈਲਮ ਦੀ ਐਪਲੀਕੇਸ਼ਨ ਤੇ ਝੂਠ ਬੋਲ ਦਿੱਤਾ, right exactly, so those crimes are now they take very seriously. ਉਹਦੇ ਨਾਲ asylum deny ਵੀ ਹੋ ਸਕਦੀ ਹੈ, ਉਹਦੇ ਨਾਲ green card ਵੀ revoke ਕਰ ਸਕਦੇ ਆ।
ਬਾਅਦ ਦੇ ਵਿੱਚ ਵੀ ਬਾਅਦ ਜਿਹੜੇ ਕਿ ਵਿੱਚ, ਕੇਸਿਸ ਹੋਏ ਵੀ ਨੇ। ਨਿਊ ਜਰਸੀ ਦਾ ਇੱਕ ਕੇਸ ਇਸੇ ਕਰਕੇ ਬਹੁਤ ਜ਼ਿਆਦਾ ਹਾਈਲਾਈਟ ਹੋਇਆ ਸੀ ਕਿਉਂਕਿ ਡਾਕੂਮੈਂਟਸ ਤੇ ਝੂਠ ਬੋਲਿਆ ਗਿਆ ਸੀ, ਯਾਨੀ ਕਿ ਮਾਡਲ ਸਿਟੀਜ਼ਨ ਆਪਣੇ ਆਪ ਨੂੰ ਸਾਬਤ ਕਰਨ ਦੇ ਵਿੱਚ ਬੰਦਾ 14 ਸਾਲ ਬਾਅਦ ਫੇਲ ਹੋਇਆ ਹਾਂਜੀ। ਤੇ ਉਹਨੂੰ ਵਾਪਸ ਭੇਜ ਦਿੱਤਾ ਗਿਆ ਇੰਡੀਆ। ਸੋ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਚੀਜ਼ਾਂ ਨੇ ਜਿਹੜੀਆਂ ਸ਼ਾਇਦ ਆਮ ਗੱਲਾਂ ਦੇ ਵਿੱਚ ਨਹੀਂ ਨਿਕਲਦੀਆਂ, ਜਾਂ ਸ਼ਾਇਦ ਤੁਹਾਨੂੰ ਉੱਥੋਂ ਪੈਸੇ ਲੈ ਕੇ ਤੋਰਨ ਵਾਲਾ ਬੰਦਾ ਨਹੀਂ ਦੱਸੂਗਾ, ਬਟ ਇਹਨਾਂ ਨੇ ਬਿਲਕੁਲ ਕਲੀਅਰ ਕੀਤੀਆਂ ਨੇ। ਅਗਲੇ ਐਪੀਸੋਡ ਦੇ ਵਿੱਚ ਅਸੀਂ ਗ੍ਰੀਨ ਕਾਰਡ ਦੇ ਬਾਰੇ ਗੱਲਬਾਤ ਕਰੀਏ, ਥੋੜੀ ਡਿਟੇਲ ਦੇ ਵਿੱਚ ਕਰੀਏ। ਫਿਲਹਾਲ ਇਜਾਜ਼ਤ ਚਾਹੁੰਦੇ ਹਾਂ ਇਸ ਐਪੀਸੋਡ ਦੇ ਵਿੱਚ ਸਾਡੇ ਨਾਲ ਜੁੜੇ ਰਹਿਣ ਦੇ ਲਈ। ਥੈਂਕ ਯੂ ਸੋ ਮਚ Thank you. ਰਾਣਾ ਸਿੰਘ ਜੀ, ਰਾਣਾ ਸਿੰਘ ਜੀ। ਪਰ ਅਸੀਂ ਲਗਾਤਾਰ ਇਹਨਾਂ ਨਾਲ ਹਰ ਹਫਤੇ ਤੁਹਾਡੀ ਮੁਲਾਕਾਤ ਕਰਾਵਾਂਗੇ ਵੱਖ-ਵੱਖ ਇਸ਼ੂਜ਼ ਦੇ ਉੱਤੇ ਡਿਟੇਲ ਗੱਲਬਾਤ ਕਰਨ ਦੇ ਲਈ। ਵੈਰੀ ਇੰਪੋਰਟੈਂਟ, ਇੱਕ ਵਾਰ ਫੇਰ ਯਾਦ ਕਰਾ ਦਾਂ, ਫੋਨ ਨੰਬਰ ਤੇ ਈਮੇਲ ਆਈਡੀ ਮੌਜੂਦ ਨੇ ਇਸ ਐਪੀਸੋਡ ਦੇ ਵਿੱਚ ਲਗਾਤਾਰ ਦੇਖੇ ਨੇ। ਇਹਨਾਂ ਤੇ ਕੰਟੈਕਟ ਕਰਕੇ ਡਿਟੇਲ ਦੇ ਵਿੱਚ ਹੋਰ ਵੀ ਜਾਣਕਾਰੀ ਹਾਸਲ ਕਰ ਸਕਦੇ ਹੋ, ਜਾਂ ਜੇ ਤੁਹਾਡਾ ਕੇਸ ਆਲਰੇਡੀ ਚੱਲ ਰਿਹਾ ਤੇ ਉਹਦੇ ਵਾਸਤੇ ਅਪਾਇੰਟਮੈਂਟ ਵੀ ਲੈ ਸਕਦੇ ਹੋ। ਫਿਲਹਾਲ ਧੰਨਵਾਦ।